हाँ जी, सत श्री अकाल साਰਿਆਂ ਨੂੰ। ਕਿਵੇਂ ਹੋ ਤੁਸੀਂ? ਸਾਰੇ ਠੀਕ ਠਾਕ ਹੋ? ਹੋਪ ਕਿ ਸਾਰੇ ਖੁਸ਼ ਹੋਵੋਗੇ ਨਾ। ਹਾਂਜੀ, ਖੁਦਾ ਖੈਰ ਕਰੇ। ਕਰਦੇ ਹਾਂ ਸਟਾਰਟ ਅੱਜ ਦਾ ਟੌਪਿਕ ਆਪਣਾ। ਲਾਸਟ ਲੈਕਚਰ ਦੇ ਵਿੱਚ ਆਪਾਂ ਕੀਤਾ ਸੀਗਾ ਜੋ ਇੰਟਰੋਡਕਸ਼ਨ ਥੋੜ੍ਹੀ ਜਿਹੀ ਦਿੱਤੀ ਸੀ ਮੈਂ ਵੀ ਪ੍ਰੋਡਕਟ ਆਫ ਇਲੈਕਟ੍ਰੋਲਿਸਿਸ ਆਹ ਵਾਲਾ ਸਿਸਟਮ ਕਿਹਦਾ, ਅਨੋਡ ਦੇ ਉੱਤੇ ਕੈਥੋਡ ਦੇ ਉੱਪਰ ਕੌਣ ਜਾਏਗਾ। ਇਹਦੇ ਲਈ ਤੁਹਾਨੂੰ ਦੱਸਿਆ ਸੀ ਮੈਂ। ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਅਗਰ ਨਹੀਂ ਸਮਝ ਆਇਆ ਤਾਂ ਤੁਸੀਂ ਐਨੀ ਟਾਈਮ ਮਤਲਬ ਇਹ ਕਨਫਰਮ ਪੁੱਛ ਸਕਦੇ ਹੋ ਨਾ ਕਾਲ ਕਰਕੇ। ਚਲੋ, ਇਹਦੇ ਚੋਂ ਬਾਅਦ ਮੈਂ ਸ਼ੁਰੂ ਕੀਤਾ ਸੀਗਾ ਆਪਣੇ ਕੋਲੇ ਕੱਲ੍ਹ ਕਮਰਸ਼ੀਅਲ ਸੈੱਲ, ਸਮ ਕਮਰਸ਼ੀਅਲ ਸੈੱਲਸ ਬੈਟਰੀ ਹੈ ਨਾ। ਤਾਂ ਉਸ ਟੌਪਿਕ ਨੂੰ ਮੈਂ ਸ਼ੁਰੂ ਕਰਨ ਲੱਗਿਆ। ਟੂ ਮੱਚ ਇੰਪੋਰਟੈਂਟ ਟੌਪਿਕ ਹੈ, ਹਾਈਲਾਈਟ ਕਰ ਲਿਓ, ਐਗਜ਼ਾਮ 'ਚ ਇੱਕ ਆਉਣਾ ਹੀ ਆਉਣਾ। ਇਹਦੇ 'ਚ ਥੋੜ੍ਹੀ ਜਿਹੀ ਥਿਊਰੀ ਵੀ ਹੈ, ਉਸ ਤੋਂ ਬਾਅਦ ਇਕੁਏਸ਼ਨਸ ਨੇਗੀਆਂ, ਇਹਦੀਆਂ ਪ੍ਰੋਪਰ ਡਿਟੇਲ ਸਮਝਾਊਂਗਾ। ਚਲੋ ਜੀ, ਲਿਖੋ, ਹੈਡਿੰਗ ਲਿਖੋ, ਸਮ ਇੰਪੋਰਟੈਂਟ ਕਮਰਸ਼ੀਅਲ ਬੈਟਰੀਜ਼। ਤਾਂ ਇਹਦੇ 'ਚ ਤੁਸੀਂ ਇਹ ਲਿਖੋਗੇ ਬੈਟਰੀ ਕੀ ਹੁੰਦੀ ਹੈ, ਕੰਬੀਨੇਸ਼ਨ ਆਫ ਸੈਲਸ। ਬੈਟਰੀ ਲਿਖ ਕੇ ਉਹਦੀ ਡੈਫੀਨੇਸ਼ਨ ਕੰਬੀਨੇਸ਼ਨ ਆਫ ਸੈਲਸ। ਹੁਣ ਸੈਲਸ ਆਰ ਆਫ 3 ਟਾਈਪ। ਫਸਟ ਵਨ ਤੁਸੀਂ ਲਿਖੋਗੇ ਪ੍ਰਾਇਮਰੀ ਸੈੱਲ, ਸੈਕੰਡ ਵਨ ਸੈਕੰਡਰੀ ਸੈੱਲ, ਥਰਡ ਵਨ ਫਿਊਲ ਸੈੱਲ। 3 ਟਾਈਪ ਹੋ ਗਏ। ਹੁਣ ਮੈਂ ਪਹਿਲਾਂ ਪ੍ਰਾਇਮਰੀ ਸੈੱਲ ਨੂੰ ਸ਼ੁਰੂ ਕਰਨ ਲੱਗਿਆ। ਪ੍ਰਾਇਮਰੀ ਸੈੱਲ ਵਾਲਾ ਅੱਗੇ ਨੀਚੇ ਲਿਖ ਕੇ ਇਹਨੂੰ ਸ਼ੁਰੂ ਕਰੋ। ਪ੍ਰਾਇਮਰੀ ਸੈੱਲ ਦੇ ਵਿੱਚ ਕੀ ਹੁੰਦਾ ਐਕਚੁਅਲੀ, ਇਹਦੀ ਥੋੜ੍ਹੀ ਜਿਹੀ ਪੁਆਇੰਟ ਲਿਖਾਉਣਾ ਮੈਂ ਤੁਹਾਨੂੰ। ਫਸਟ ਪੁਆਇੰਟ ਇਹਦਾ ਤੁਸੀਂ ਲਿਖੋਗੇ ਪ੍ਰਾਇਮਰੀ ਸੈੱਲ ਦੇ ਕੈਨ ਨੋਟ ਬੀ ਰੀਚਾਰਜ, ਮਤਲਬ ਨੋਨ ਰੀਚਾਰਜੇਬਲ। ਸੈਕੰਡ, ਦੇ ਗਿਵ ਲੋ ਵੋਲਟੇਜ। ਥਰਡ ਵਨ, ਦੇਅਰ ਵੋਲਟੇਜ ਡਿਕਰੀਜ਼ਿਜ਼ ਵਿਦ ਟਾਈਮ। ਫਸਟਲੀ ਤਾਂ ਲੋ ਹੁੰਦੀ ਹੈ, ਘੱਟ ਹੁੰਦੀ ਹੈ, ਔਰ ਉਹ ਵੀ ਘੱਟ ਹੋਣ ਤੋਂ ਬਾਅਦ ਵੀ ਜਿੰਨੀ ਹੈਗੀ ਆ ਉਹ ਵੀ ਪ੍ਰੋਪਰ ਨਹੀਂ ਦਿੰਦੇ, ਇਹ ਵਿਦ ਟਾਈਮ ਡਿਕਰੀਜ਼ ਹੁੰਦੀ ਹੈ। ਨੈਕਸਟ ਇਹਦਾ ਪੁਆਇੰਟ ਤੁਸੀਂ ਬਣਾਓਗੇ ਦੇ ਬਿਕਮ ਡੈਡ ਆਫਟਰ ਸਮ ਟਾਈਮ ਈਵਨ ਇਫ ਦੇ ਆਰ ਨਾਟ ਯੂਜ਼ਡ। ਉਹਨਾਂ ਨੂੰ ਨਾ ਵੀ ਯੂਜ਼ ਕਰੀਏ, ਕੁਛ ਟਾਈਮ ਬਾਅਦ ਉਹ ਡੈਡ ਹੋ ਜਾਂਦੇ ਆ, ਉਹਨਾਂ ਨੂੰ ਪ੍ਰਾਇਮਰੀ ਸੈੱਲ ਕਹਿੰਦੇ ਆ। ਸਭ ਤੋਂ ਬੇਸਿਕ ਪੁਆਇੰਟ ਇਹਦੇ 'ਚ ਕਿਹੜਾ ਹੈਗਾ, ਇਹਦੇ 'ਚ ਨੋਨ ਰੀਚਾਰਜੇਬਲ ਦਾ। ਇਹ ਜੋ ਤੁਸੀਂ ਪਹਿਲਾਂ ਦੇਖੇ ਹੋਣਗੇ ਸੈੱਲ, ਜਿਹੜੇ ਪੁਰਾਣੀ ਜੋ ਟਾਰਚ ਹੁੰਦੀ ਸੀ ਉਹਨਾਂ ਦੇ ਵਿੱਚ ਬਲੈਕ ਐਬਰੇਡੀ ਦੇ ਸੈੱਲ ਹੁੰਦੇ ਸੀ ਕਾਫੀ ਵੱਡੇ, ਉਹ ਸੈੱਲ ਸਾਰੇ ਪ੍ਰਾਇਮਰੀ ਸੈੱਲ ਸੀਗੇ, ਹੈ ਨਾ। ਤਾਂ ਹੁਣ ਪ੍ਰਾਇਮਰੀ ਸੈੱਲ ਦੇ ਵਿੱਚ ਇੱਥੋਂ ਤੱਕ ਲਿਖਣ ਤੋਂ ਬਾਅਦ ਇਹਨੂੰ ਦੇਖੋ, ਪ੍ਰਾਇਮਰੀ ਸੈੱਲ ਜਿਹੜੇ ਹੈਗੇ ਨੇ ਇਹ ਫਰਦਰ ਆਪਣੇ ਕੋਲੇ ਦੋ ਨੇ। ਦੋ ਦੀ ਸਟੱਡੀ ਤੁਹਾਡੇ +2 ਦੇ ਵਿੱਚ ਹੈ। ਫਸਟ ਵਨ ਮੈਂ ਗੱਲ ਕਰਦਾ ਕਿਹਦੀ, ਡਰਾਈ ਸੈੱਲ ਦੀ। ਕਿਹੜਾ? ਡਰਾਈ ਸੈੱਲ, ਇੱਦਾਂ ਬਣਾ ਲਓ। ਸੈਕੰਡ ਵਨ ਜਿਹੜਾ ਹੈਗਾ ਮਰਕਰੀ ਸੈੱਲ। ਕਿਹੜਾ? ਮਰਕਰੀ ਸੈੱਲ। ਇਸ ਦੋਨੇ ਪ੍ਰਾਇਮਰੀ ਸੈੱਲ ਨੇ। ਹੁਣ ਇਹਦੇ ਵਿੱਚ ਹੁੰਦਾ ਕੀ ਹੈਗਾ, ਡਰਾਈ ਸੈੱਲ ਦੀ ਐਗਜ਼ਾਮਪਲ ਜਿਹੜੀ ਉਹ ਟਾਰਚ ਵਾਲੀ ਬੈਟਰੀ ਦੇ ਵਿੱਚ ਯੂਜ਼ ਹੁੰਦੇ ਸੀ, ਕਾਫੀ ਵੱਡੇ ਸੈੱਲ ਉਹ ਵਾਲੇ ਹੋ ਗਏ। ਅਤੇ ਮਰਕਰੀ ਸੈੱਲ ਜਿਹੜੇ ਹੁੰਦੇ ਨੇ ਇਹ ਆਪਣੇ ਜਿਹੜੇ ਰਿਸਟ ਵਾਚ ਵਗੈਰਾ ਦੇ ਵਿੱਚ ਸਰਕੂਲਰ ਜੇ ਛੋਟੇ ਛੋਟੇ ਸੈੱਲ ਜੇ ਯੂਜ਼ ਕਰਦੇ ਆਪਾਂ, ਜਾਂ ਜਿਹੜੀ ਆਪਣੀ ਕੰਨਾਂ ਵਾਲੀ ਮਸ਼ੀਨ ਜਿਹਨੂੰ ਕਹਿੰਦੇ ਆ ਹੀਅਰਿੰਗ ਮਸ਼ੀਨ ਜਿਹੜੀ ਹੈਗੀ ਹੈ, ਉਹਦੇ 'ਚ ਯੂਜ਼ ਹੁੰਦੇ ਨੇ ਛੋਟੇ ਸੈੱਲ, ਟਾਈਨੀ ਸੈੱਲ, ਜਿਹੜੇ ਕੈਲਕੂਲੇਟਰ 'ਚ ਵੀ ਯੂਜ਼ ਹੁੰਦੇ ਨੇ। ਉਹ ਸਾਰੇ ਕੀ ਹੁੰਦੇ ਨੇ, ਮਰਕਰੀ ਸੈੱਲ ਹੁੰਦੇ ਨੇ, ਨੋਨ ਰੀਚਾਰਜੇਬਲ ਹੁੰਦੇ ਨੇ। ਹੁਣ ਡਰਾਈ ਸੈੱਲ, ਪ੍ਰਾਇਮਰੀ ਸੈੱਲ ਦੇ ਵਿੱਚ ਡਰਾਈ ਸੈੱਲ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਇਹਨੂੰ ਪ੍ਰੋਪਰ ਐਜ਼ ਇਟ ਇਜ਼ ਲਿਖਣਾ, ਪਹਿਲਾਂ ਥੋੜ੍ਹਾ ਜਿਹਾ ਮੈਂ ਸਮਝਾਵਾਂ, ਫਿਰ ਉਹਦੀ ਆਪਾਂ ਕੰਸਟਰਕਸ਼ਨ ਲਿਖਾਂਗੇ। ਡਰਾਈ ਸੈੱਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਕੀ ਹੁੰਦਾ ਹੈ, ਇੱਕ ਕੰਟੇਨਰ ਹੁੰਦਾ ਹੈ ਜਿਹੜਾ ਜ਼ਿੰਕ ਦਾ ਕੰਟੇਨਰ ਹੁੰਦਾ ਹੈ। ਕਿਹਦਾ ਹੁੰਦਾ ਜੀ? ਜ਼ਿੰਕ ਕੰਟੇਨਰ। ਐਜ਼ ਇਟ ਇਜ਼ ਤੁਸੀਂ ਲਿਖ ਕੇ ਆਉਣਾ ਐਗਜ਼ਾਮ ਦੇ ਵਿੱਚ। 3 ਨੰਬਰ ਦਾ ਕੁਐਸਚਨ ਇਹ ਬਣਦਾ ਹੈ। ਡਿਸਕਸ ਪ੍ਰਾਇਮਰੀ ਸੈੱਲ, ਡਿਸਕਸ ਡਰਾਈ ਸੈੱਲ ਇਨ ਡਿਟੇਲ, ਜਾਂ ਜੋ ਵੀ ਤੁਹਾਨੂੰ ਅੱਗੇ ਕੁਐਸਚਨ ਕਰੋਗੇ ਪਤਾ ਚੱਲ ਜਾਏਗਾ। ਜ਼ਿੰਕ ਦਾ ਕੰਟੇਨਰ ਹੁੰਦਾ ਜੀ, ਇਹ ਐਕਟ ਐਜ਼ ਐਨ ਅਨੋਡ ਬਿਹੇਵ ਕਰਦਾ ਹੈ। ਕੀ ਕਰਦਾ ਹੈ ਜੀ? ਅਨੋਡ। ਜ਼ਿੰਕ ਕੰਟੇਨਰ ਕੀ ਬਣ ਜਾਂਦਾ? ਅਨੋਡ ਹੁੰਦਾ ਹੈ। ਅਤੇ ਅਨੋਡ ਦੇ ਉੱਪਰ ਕਿਹੜਾ ਚਾਰਜ ਹੁੰਦਾ ਜੀ? ਪੋਜ਼ੀਟਿਵ ਚਾਰਜ। ਅਨੋਡ ਦੇ ਉੱਪਰ ਪੋਜ਼ੀਟਿਵ ਚਾਰਜ। ਹੁਣ ਇਹਦੇ ਵਿੱਚ ਜਿਹੜੀ ਪੇਸਟ ਹੁੰਦੀ ਹੈ ਇਹਦੇ ਨਾਲ, ਡਰਾਈ ਸੈੱਲ ਦੇ ਵਿੱਚ ਜਿਹੜੀ ਫਿਲ ਹੁੰਦੀ ਆ, ਉਹ ਅਮੋਨੀਅਮ ਕਲੋਰਾਈਡ NH4Cl ਪਲੱਸ ਜ਼ਿੰਕ ਕਲੋਰਾਈਡ ਦਾ ਮਿਕਸਚਰ ਹੁੰਦੀ ਹੈ, ਪੇਸਟ ਫਿਲ ਹੁੰਦੀ ਹੈ। ਇਹਦੇ ਵਿਚਕਾਰ ਜਿਹੜਾ ਹੈਗਾ ਕਾਰਬਨ ਦੀ ਰੋਡ ਹੁੰਦੀ ਹੈ ਜੀ। ਕਿਹਦੀ ਰੋਡ? ਕਾਰਬਨ ਦੀ ਗ੍ਰੇਫਾਈਟ ਦੀ ਰੋਡ। ਕਾਰਬਨ ਸਪੈਸ਼ਲ ਮੈਂਸ਼ਨ ਕਰ ਲਿਓ, ਕਿਹੜਾ? ਗ੍ਰੇਫਾਈਟ ਦੀ ਰੋਡ ਹੁੰਦੀ ਹੈ। ਇਹ ਐਕਟ ਐਜ਼ ਐਨ ਕੈਥੋਡ ਹੁੰਦੀ ਹੈ। ਕੀ ਹੁੰਦੀ ਹੈ ਜੀ? ਕੈਥੋਡ ਬਿਹੇਵ ਕਰਦੀ ਹੈ।
ਕਲੀਅਰ। ਹੁਣ ਇਹ ਅਨੋਡ ਹੋ ਗਿਆ, ਕੈਥੋਡ ਹੋ ਗਿਆ, ਇਹਦੇ ਨਾਲ ਜਿਹੜੀ ਗ੍ਰੇਫਾਈਟ ਦੀ ਰੋਡ ਆ ਉਹਦੇ ਨਾਲ ਜਿਹੜਾ ਇੱਕ ਪੇਸਟ ਅਲੱਗ ਤੋਂ ਹੁੰਦਾ ਹੈ, ਜਿਹੜਾ ਇਹਦੇ ਨਾਲ ਇੰਟਰਨਲੀ ਕਨੈਕਟਡ ਹੁੰਦਾ ਹੈ ਅਮੋਨੀਅਮ ਕਲੋਰਾਈਡ ਤੇ ਜ਼ਿੰਕ ਕਲੋਰਾਈਡ ਦੇ ਨਾਲ। ਉਹ ਪੇਸਟ ਹੁੰਦਾ ਹੈ ਮੈਗਨੀਜ਼ ਆਕਸਾਈਡ, MnO2 ਦਾ ਪੇਸਟ ਹੁੰਦਾ ਹੈ। ਇਹ ਇਹਦੀ ਕੰਸਟਰਕਸ਼ਨ। ਫਿਰ ਇੱਕ ਵਾਰੀ ਇਹਨੂੰ ਹੁਣ ਲਿਖੋ, ਕੀ ਲਿਖੋਗੇ? ਇਟ ਕੰਟੇਨ zinc container act as an anode where oxidation occur and filled with a paste of ammonium chloride and zinc chloride. ਤੇ in center carbon graphite electrode ਹੈ, act as an cathode where reduction occur, gain of electron occur. ਹਾਂਜੀ, ਇਹਦੇ 'ਚ ਗੇਨ ਆਫ ਇਲੈਕਟ੍ਰੋਨ ਹੋਣਗੇ, ਅਕਰ ਹੋਣਗੇ। ਕੈਥੋਡ ਐਨੋਡ ਪਤਾ ਚੱਲ ਗਿਆ। ਹੁਣ ਆਪਣੇ ਕੋਲੇ ਇਹਦੇ 'ਚ ਇਹ ਇਕੁਏਸ਼ਨ ਲਿਖਦਾ ਮੈਂ, ਕੀ ਹੋਏਗਾ? ਐਟ ਅਨੋਡ। ਇਹ ਕੰਸਟਰਕਸ਼ਨ ਲਿਖਣ ਤੋਂ ਬਾਅਦ ਤੁਸੀਂ ਇਹਦੀ ਇਹ ਲਿਖੋਗੇ ਐਟ ਅਨੋਡ। ਅਨੋਡ ਦੇ ਉੱਪਰ ਕੀ ਹੁੰਦੀ ਹੈ ਜੀ? ਆਕਸੀਡੇਸ਼ਨ ਲਾਸ ਆਫ ਇਲੈਕਟ੍ਰੋਨ। ਕੌਣ ਹੈ ਆਪਣੇ ਕੋਲੇ? ਜ਼ਿੰਕ ਹੈ। ਤਾਂ ਇਹਦੀ ਇਕੁਏਸ਼ਨ ਕੀ ਬਣੂਗੀ? ਜ਼ਿੰਕ ਵਿਲ ਗਿਵ ਜ਼ਿੰਕ 2 ਪੋਜ਼ਿਟਿਵ ਪਲੱਸ 2 ਇਲੈਕਟ੍ਰੋਨ। ਇਹ ਹੋਗੀ ਅਨੋਡ ਦੀ ਇਕੁਏਸ਼ਨ ਹੋ ਗਈ। ਦੂਸਰਾ ਕੀ ਹੈਗਾ? ਐਟ ਕੈਥੋਡ। ਕੈਥੋਡ ਦੇ ਉੱਤੇ ਕੀ ਹੁੰਦੀ ਹੈ? ਰਿਡਕਸ਼ਨ, ਗੇਨ ਆਫ ਇਲੈਕਟ੍ਰੋਨ। ਕੀ ਹੁੰਦਾ ਹੈ? ਅਮੋਨੀਅਮ ਕਲੋਰਾਈਡ NH4 ਪੋਜ਼ਿਟਿਵ ਪਲੱਸ ਕੀ ਹੈਗਾ ਆਪਣੇ ਕੋਲੇ ਇਹਦੇ 'ਚ MnO2 ਪਲੱਸ 2 ਇਲੈਕਟ੍ਰੋਨ ਵਿਲ ਗਿਵ Mn2O3 ਪਲੱਸ ਅਮੋਨੀਆ ਦੀ ਪ੍ਰੋਡਕਸ਼ਨ ਕਰਦੇ ਨੇ। ਇਲੈਕਟ੍ਰੋਨ ਗੇਨ ਕਰਦਾ ਹੈ, ਅਮੋਨੀਆ ਬਣ ਜਾਂਦਾ ਹੈ Mn2O3, ਮੈਗਨੀਜ਼ ਡਾਈਮੈਗਨੀਜ਼ ਆਕਸਾਈਡ ਟ੍ਰਾਈਆਕਸਾਈਡ ਬਣ ਜਾਂਦਾ। ਇਹ ਕਿਹਦੀ ਹੈ? ਕੈਥੋਡ ਦੀ ਰਿਐਕਸ਼ਨ ਹੈ। ਤੁਹਾਨੂੰ ਇਕੁਏਸ਼ਨ ਯਾਦ ਕਰਨੀਆਂ ਪੈਣੀਆਂ, ਲਿਖ ਕੇ ਦੇਖ ਲਿਓ। ਅਨੋਡ ਦੇ ਉੱਤੇ ਬਸ ਇਹ ਯਾਦ ਰੱਖ ਲਿਓ ਕਿਹੜਾ ਐਲੀਮੈਂਟ ਹੈ? ਜ਼ਿੰਕ ਹੈ। ਇਹਦੀ ਕੀ ਹੋਊ? ਆਕਸੀਡੇਸ਼ਨ, ਲਾਸ ਆਫ ਇਲੈਕਟ੍ਰੋਨ। ਕੈਥੋਡ ਦੇ ਉੱਪਰ ਕੀ ਹੈ? ਗੇਨ ਆਫ ਇਲੈਕਟ੍ਰੋਨ। ਇਹਦੇ 'ਚੋਂ ਜਿਹੜਾ ਅਮੋਨੀਅਮ ਕਲੋਰਾਈਡ 'ਚੋਂ ਅਮੋਨੀਅਮ ਪੋਜ਼ਿਟਿਵ ਗਿਆ ਪਲੱਸ MnO2 ਦੀ ਪੇਸਟ ਆ ਸੀ, 2 ਇਲੈਕਟ੍ਰੋਨ ਇਹਨੇ ਜਿਹੜੇ ਇੱਥੋਂ ਨਿਕਲੇ ਸੀ ਜ਼ਿੰਕ ਦੇ ਗੇਨ ਕਰਕੇ ਕੀ ਬਣ ਗਿਆ? Mn2O3 ਪਲੱਸ ਅਮੋਨੀਆ। ਤਾਂ ਓਵਰਆਲ ਰਿਐਕਸ਼ਨ ਜਿਹੜੀ ਹੈਗੀ ਆ, ਓਵਰਆਲ ਰਿਐਕਸ਼ਨ ਤੁਸੀਂ ਲਿਖੋਗੇ। ਓਵਰਆਲ ਰਿਐਕਸ਼ਨ ਜਿਹੜੀ, ਇਹਦਾ ਲੈਫਟ ਸਾਈਡ ਸਾਰਾ ਲਿਖ ਦਿਓ। ਇਸ ਦੀ ਡਰਾਈ ਸੈੱਲ ਦੀ ਜ਼ਿੰਕ ਹੈ, ਅਮੋਨੀਅਮ ਪੋਜ਼ਿਟਿਵ ਹੈ ਪਲੱਸ MnO2 ਹੈ, ਠੀਕ ਹੈ ਜੀ। ਵਿਲ ਗਿਵ, ਇਹ 'ਚ 2 ਇਲੈਕਟ੍ਰੋਨ ਨਹੀਂ ਲਿਖਣੇ ਕਿਉਂਕਿ 2 ਇਲੈਕਟ੍ਰੋਨ ਰਾਈਟ ਸਾਈਡ 'ਤੇ ਵੀ ਹੈ ਤਾਂ ਕੱਟ ਜਾਣਗੇ, ਕੋਈ ਫਾਇਦਾ ਨਹੀਂ। ਕੀ ਬਣਾਉਂਦਾ ਹੈ? ਜ਼ਿੰਕ 2 ਪੋਜ਼ਿਟਿਵ ਪਲੱਸ Mn2O3 ਪਲੱਸ ਅਮੋਨੀਆ। ਇਹ ਬਣ ਜਾਂਦਾ ਜੀ ਕਿਹੜਾ ਹੋ ਗਿਆ? ਇਹ ਡਰਾਈ ਸੈੱਲ ਦੀ ਓਵਰਆਲ ਇਕੁਏਸ਼ਨ। ਠੀਕ ਹੈ ਜੀ। ਇਹ 3 ਨੰਬਰ ਦਾ ਤੁਹਾਨੂੰ ਆਉਣ ਦੇ ਚਾਂਸ ਨੇ। ਤਾਂ ਤੁਸੀਂ ਇਹ ਲਿਖਣਾ ਪਹਿਲਾਂ, ਪ੍ਰਾਇਮਰੀ ਸੈੱਲ ਦੀਆਂ ਫੀਚਰਸ ਲਿਖ ਦੋਗੇ ਜਾਂ ਡਰਾਬੈਕ ਜੋ ਵੀ ਤੁਸੀਂ ਉਹਨੂੰ ਲੈ ਲਓ, ਜੋ ਪਹਿਲਾਂ ਲਿਖਾਏ ਨੇ ਥਿਊਰੀ। ਫਿਰ ਆਹ ਬਣਾ ਕੇ ਇਹਦੀ ਕੰਸਟਰਕਸ਼ਨ ਲਿਖੋਗੇ ਜੋ ਮੈਂ ਬੋਲੀ ਸੀ। ਉਸ ਤੋਂ ਬਾਅਦ ਮੇਨ ਇਕੁਏਸ਼ਨਸ ਜਿਹੜੀਆਂ ਅਨੋਡ ਦੀਆਂ, ਕੈਥੋਡ ਦੀਆਂ ਤੇ ਓਵਰਆਲ ਰਿਐਕਸ਼ਨ ਇਹ ਲਿਖੋਗੇ। ਇਹਦੇ ਨਾਲ 3 ਨੰਬਰ ਦਾ ਤੁਹਾਡਾ ਕਵਰ ਹੁੰਦਾ। ਹੁਣ ਇਹਦੇ ਵਿੱਚ ਕੁਐਸਚਨ ਆ ਜਾਂਦਾ ਹੈ ਰੋਲ ਆਫ ਅਮੋਨੀਅਮ ਕਲੋਰਾਈਡ ਜਾਂ ਜ਼ਿੰਕ ਕਲੋਰਾਈਡ, ਕੁਝ ਵੀ ਪੁੱਛ ਸਕਦੇ ਨੇ। ਹੁਣ ਇਹਦਾ ਰੋਲ ਕੀ ਹੈ? ਸਹੀ ਮੈਨੇ ਦੇ ਵਿੱਚ ਪਤਾ ਕੀ ਹੈ, ਇੱਕ ਮੈਂ ਤੁਹਾਨੂੰ ਇੱਕ ਗੱਲ ਬੋਲੀ ਹੈ ਕਿ ਪ੍ਰਾਇਮਰੀ ਸੈੱਲ ਅਗਰ ਆਪਾਂ ਨਹੀਂ ਵੀ ਯੂਜ਼ ਕਰਦੇ ਤਾਂ ਉਹ ਕੁਝ ਟਾਈਮ ਬਾਅਦ ਡੈੱਡ ਹੋ ਜਾਂਦੇ ਨੇ। ਇਹ ਗੱਲ ਮੈਂ ਬੋਲੀ ਹੈ ਨਾ। ਉਹਦਾ ਕਾਰਨ ਪਤਾ ਕੀ ਹੈ? ਇਸ ਸੈੱਲ ਦੀ ਰਿਐਕਸ਼ਨ ਤੁਸੀਂ ਓਬਜ਼ਰਵ ਕਰ ਰਹੇ ਹੋ, ਅਮੋਨੀਆ ਪ੍ਰੋਡਕਸ਼ਨ ਹੋ ਰਹੀ ਹੈ। ਅਮੋਨੀਆ ਕੀ ਹੁੰਦੀ ਹੈ? ਗੈਸ ਹੁੰਦੀ ਹੈ। ਜੇ ਸੈੱਲ ਨੂੰ ਨਹੀਂ ਵੀ ਤੁਸੀਂ ਯੂਜ਼ ਕਰੋਗੇ ਤਾਂ ਗੈਸ ਜਦੋਂ ਅੰਦਰ ਵੱਧਦੀ ਗਈ ਤਾਂ ਪ੍ਰੈਸ਼ਰ ਵੱਧਦਾ ਗਿਆ ਤਾਂ ਉਹਨੇ ਸੀਲ ਜਿਹੜੀ ਹੈਗੀ ਹੈ ਬ੍ਰੇਕ ਕਰ ਦੇਣੀ ਹੈ। ਦੈਟਸ ਵਾਈ ਇਹ ਡੈੱਡ ਹੋ ਜਾਂਦਾ। ਤਾਂ ਇਹਦਾ ਜ਼ਿੰਕ ਕਲੋਰਾਈਡ ਦਾ ਕੀ ਰੋਲ ਹੈ? ਕੁਐਸਚਨ ਆ ਜਾਂਦਾ ਹੈ, ਸਟਾਰ ਪੁਆਇੰਟ ਬਣਾ ਲਿਓ। ਰੋਲ ਆਫ ਜ਼ਿੰਕ ਕਲੋਰਾਈਡ ਇਨ ਪ੍ਰਾਇਮਰੀ ਸੈੱਲ। ਠੀਕ ਹੈ ਜੀ। ਇਹਦੇ 'ਚ ਫਿਰ ਤੁਸੀਂ ਕੀ ਲਿਖੋਗੇ? ਪਹਿਲਾਂ ਇਹਦੀ ਇਕੁਏਸ਼ਨ ਲਿਖਵਾਉਣਾ, ਉਹਦੇ ਨਾਲ ਹੀ ਤੁਹਾਨੂੰ ਸਮਝ ਆ ਜਾਏਗਾ, ਉਹਦੀ ਥਿਊਰੀ ਬਣਾ ਦੋਗੇ। ਫਿਰ ਕਿਹੜਾ ਹੈਗਾ? ਜ਼ਿੰਕ ਕਲੋਰਾਈਡ ਜਿਹੜਾ ਹੈਗਾ ਅਮੋਨੀਆ ਗੈਸ ਦੇ ਨਾਲ ਰਿਐਕਟ ਕਰਕੇ ZnCl2 NH2 ਇੱਕ ਕੰਪਲੈਕਸ ਬਣਾ ਲਾ, NH3 ਦਾ ਟਵਾਈਸ, ਅਮੋਨੀਆ ਦਾ ਟਵਾਈਸ, ਮਤਲਬ ਇੱਕ ਕੰਪਲੈਕਸ ਬਣਾ ਦਿੰਦਾ, ਕੋਆਰਡੀਨੇਸ਼ਨ ਕੰਪਲੈਕਸ ਜਿਹਨੂੰ ਕਹਿੰਦੇ ਨੇ, ਜਿਹਦੇ ਵਿੱਚ ਇਹ ਅਮੋਨੀਆ ਜਿਹੜੀ ਐਜ਼ ਇਟ ਇਜ਼ ਨਹੀਂ ਹੈਗੀ, ਉਹ ਕੰਪਲੈਕਸ 'ਚ ਕਨਵਰਟ ਹੋ ਕੇ ਉਹਦੀ ਜਿਹੜੀ ਪਾਵਰ ਹੈ ਉਹ ਡਿਕਰੀਜ਼ ਹੋ ਜਾਂਦੀ ਹੈ, ਇਕੱਲੀ ਗੈਸ ਨਹੀਂ ਰਹਿੰਦੀ। ਤਾਂ ਇਹਦੇ ਨਾਲ ਥੋੜ੍ਹੀ ਬਹੁਤ ਜਿਹੜੀ ਸੈੱਲ ਦੀ ਹੈਗੀ ਹੈ, ਕਿਉਂਕਿ ਅਮੋਨੀਅਮ ਕਲੋਰਾਈਡ, ਜ਼ਿੰਕ ਕਲੋਰਾਈਡ ਦੀ ਵੀ ਕੋਈ ਕੁਆਂਟਿਟੀ ਹੋਏਗੀ, ਉਨੀ ਕੁ ਕੁਆਂਟਿਟੀ ਕਿੰਨੀ ਕੁ ਅਮੋਨੀਆ ਨੂੰ ਇਕੱਠਾ ਕਰ ਸਕਦੀ ਆ, ਉਹ ਆਪਣਾ ਕੰਮ ਕਰਦਾ। ਉਸ ਤੋਂ ਬਾਅਦ ਅਮੋਨੀਆ ਫੇਰ ਪ੍ਰੋਡਿਊਸ ਹੁੰਦੀ ਆ ਤਾਂ ਸੈੱਲ ਜਿਹੜਾ ਹੈਗਾ ਡੈੱਡ ਹੋ ਜਾਂਦਾ ਹੈ, ਸੀਲ ਬ੍ਰੇਕੇਜ ਹੋ ਜਾਂਦੀ ਆ।
ਕਹਿਣ ਦਾ ਭਾਵ ਇਹਦੇ ਨਾਲ ਥੋੜ੍ਹੀ ਬਹੁਤ ਸੈੱਲ ਦੀ ਲਾਈਫ ਇਨਕਰੀਜ਼ ਹੁੰਦੀ ਹੈ। ਰੋਲ ਆਫ ਕੀ ਹੋ ਗਿਆ ਹੈ ਜ਼ਿੰਕ ਕਲੋਰਾਈਡ। ਤਾਂ ਕੀ ਲਿਖੋਗੇ ਜ਼ਿੰਕ ਕਲੋਰਾਈਡ ਕੰਬਾਈਨ ਵਿਦ ਅਮੋਨੀਆ ਐਂਡ ਫॉर्म ए ਕੋਆਰਡੀਨੇਸ਼ਨ ਕੰਪਲੈਕਸ ਨੋਨ ਐਸ ZnCl2 ਮਤਲਬ NH3 ਟਵਾਈਸ ਡਾਈ ਅਮੋਨੀਆ ਡਾਈ ਕਲੋਰਾਈਡ ਜਿੰਕੇਟ ਕਹਿੰਦੇ ਹਨ, ਲਿਖ ਸਕਦੇ ਹੋ ਤੁਸੀਂ ਹੈ ਨਾ। ਤਾਂ ਇਨ ਹੈਂਸ ਇਨ ਦਿਸ ਵੇ ਜਿਹੜਾ ਕੀ ਲਿਖੋਗੇ ਲਾਈਫ ਜਿਹੜੀ ਸੈੱਲ ਦੀ ਥੋੜ੍ਹੀ ਜਿਹੀ ਇਨਕਰੀਜ਼ ਹੋ ਜਾਂਦੀ, ਲਿਟਲ ਬਿਟ ਇਨਕਰੀਜ਼ਸ। ਠੀਕ ਹੈ ਜੀ, ਇਹ ਡਰਾਈ ਸੈੱਲ ਹੋ ਗਿਆ। ਉਸ ਤੋਂ ਬਾਅਦ ਮੈਂ ਗੱਲ ਕਰਦਾ ਕਿਹਦਾ ਮਰਕਰੀ ਸੈੱਲ ਆਪਣਾ ਸੈਕੰਡ, ਇਹ ਵੀ ਪ੍ਰਾਇਮਰੀ ਦਾ ਹੀ ਪਾਰਟ ਹੈ। ਇਹਨੂੰ ਵੀ ਇੱਦਾਂ ਹੀ ਪਹਿਲਾਂ ਕੰਸਟਰਕਸ਼ਨ ਕਰਾਂਗੇ, ਠੀਕ ਹੈ ਜੀ, ਫਿਰ ਲਿਖਵਾਉਂਗਾ, ਫਿਰ ਇਕੁਏਸ਼ਨਸ ਹੋ ਜਾਣਗੀਆਂ। ਹੁਣ ਮਰਕਰੀ ਸੈੱਲ ਕੀ ਚੀਜ਼ ਹੈ? ਸਭ ਤੋਂ ਪਹਿਲੀ ਗੱਲ ਇਹਦੇ 'ਚ ਜ਼ਿੰਕ ਅਮਲਗਮ ਦਾ ਕੰਟੇਨਰ ਹੁੰਦਾ ਹੈ। ਕਿਹਦਾ? ਜ਼ਿੰਕ ਅਮਲਗਮ ਦਾ, ਕਹਿੰਦਾ ਭਾਵ ZnHg ਜ਼ਿੰਕ ਅਮਲਗਮ ਦਾ, ਇਹਨੂੰ ਕੀ ਕਹਿੰਦੇ ਨੇ ਮਰਕਰੀ ਸੈੱਲ ਕਹਿੰਦੇ ਨੇ। ਜ਼ਿੰਕ ਅਮਲਗਮ ਦਾ ਕੰਟੇਨਰ ਹੁੰਦਾ ਹੈ, ਐਕਟ ਐਜ਼ ਐਨ ਅਨੋਡ ਹੁੰਦਾ ਹੈ। ਅਨੋਡ ਦੇ ਉੱਪਰ ਕੀ ਹੋਏਗੀ ਆਕਸੀਡੇਸ਼ਨ ਹੋਏਗੀ। ਆਕਸੀਡੇਸ਼ਨ ਕੀ ਹੁੰਦੀ ਹੈ? ਲਾਸ ਆਫ ਇਲੈਕਟ੍ਰੋਨ। ਹਾਂਜੀ, ਲਾਸ ਆਫ ਇਲੈਕਟ੍ਰੋਨ। ਹਾਂਜੀ, ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੈਗਾ ਮਰਕਰੀ ਆਕਸਾਈਡ, ਮਰਕਰੀ HgO, ਮਰਕਰੀ ਡਾਈਆਕਸਾਈਡ ਵੀ ਕਹਿ ਸਕਦੇ ਹਾਂ ਉਹਨੂੰ, ਮਰਕਰੀ 2 ਆਕਸਾਈਡ ਸੌਰੀ, ਕਿਉਂਕਿ ਮਰਕਰੀ ਇਹਦੇ ਵਿੱਚ 2 ਪੋਜ਼ਿਟਿਵ ਆਕਸੀਡੇਸ਼ਨ ਸਟੇਟ ਹੈ। ਮਰਕਰੀ 2 ਆਕਸਾਈਡ ਦਾ ਪੇਸਟ ਹੈਗਾ। ਅਲੋਂਗ ਵਿਦ ਇਹਦੇ ਵਿੱਚ ਆਪਾਂ KOH ਦਾ ਇਲੈਕਟ੍ਰੋਲਾਈਟ ਪਾ ਦਿੰਦੇ ਹਾਂ। KOH ਇਲੈਕਟ੍ਰੋਲਾਈਟ, ਇਹ ਪੇਸਟ ਹੈ, ਇਹ ਇਲੈਕਟ੍ਰੋਲਾਈਟ ਹੈ। ਇਹਦਾ ਫੰਕਸ਼ਨ ਕੀ ਹੋਗਾ KOH ਦਾ? ਇਹ ਸਟਾਰ ਪੁਆਇੰਟ ਬਣਾ ਕੇ ਲਿਖ ਸਕਦੇ ਹੋ। ਜਸਟ increase the rate of reaction। KOH ਇਲੈਕਟ੍ਰੋਲਾਈਟ ਦਾ ਫੰਕਸ਼ਨ ਕੀ ਹੈ? ਜਸਟ ਟੂ ਇਨਕਰੀਜ਼ ਦਾ ਰੇਟ ਆਫ ਰਿਐਕਸ਼ਨ। ਤਾਂ ਇਹਦੇ ਵਿੱਚ ਫਿਰ ਅਨੋਡ ਇਹ ਕੀ ਹੈ? ਮਰਕਰੀ ਆਕਸਾਈਡ ਜਿਹੜੀ ਪੇਸਟ ਹੈਗੀ ਹੈ ਐਕਟ ਐਜ਼ ਐਨ ਕੈਥੋਡ ਹੋਗੀ, ਕੈਥੋਡ। ਤਾਂ ਇਹਦੇ 'ਚ ਫਿਰ ਉਹੀ ਸਿਸਟਮ ਆ ਗਿਆ ਦੁਬਾਰਾ, ਕਾਰਬਨ ਦੀ ਰੋਡ ਹੋ ਗਈ, ਉਹਦੇ ਅਰਾਊਂਡ ਮਰਕਰੀ ਆਕਸਾਈਡ ਹੋ ਗਿਆ, ਉਹਦੀ ਪੇਸਟ ਹੈ, ਐਕਟ ਐਜ਼ ਐਨ ਕੈਥੋਡ ਹੋ ਗਈ। ਕੈਥੋਡ 'ਤੇ ਕੀ ਹੋ ਰਿਡਕਸ਼ਨ ਹੋਊਗੀ, ਉਹ ਸਾਰਾ ਸਿਸਟਮ ਦੁਬਾਰਾ ਲਿਖਾਂਗੇ। ਤਾਂ ਇਹਦੀ ਹੁਣ ਕੰਸਟਰਕਸ਼ਨ ਤੁਸੀਂ ਹੋਪ ਕਿ ਸਮਝ ਆ ਗਈ ਹੋ। ਇੱਕ ਵਾਰੀ ਫਿਰ ਬੋਲ ਦਿੰਦਾ, ਜ਼ਿੰਕ ਅਮਲਗਮ ਕੰਟੇਨਰ ਐਕਟ ਐਜ਼ ਐਨ ਅਨੋਡ, ਆਕਸੀਡੇਸ਼ਨ ਅਕਰ, ਮਰਕਰੀ 2 ਆਕਸਾਈਡ ਪੇਸਟ ਹੈ ਅਲੋਂਗ ਵਿਦ ਕਾਰਬਨ ਰੋਡ, ਐਕਟ ਐਜ਼ ਐਨ ਕੈਥੋਡ, ਰਿਡਕਸ਼ਨ ਅਕਰ। ਇਹ ਲਿਖਣ ਤੋਂ ਬਾਅਦ, ਇਹ ਕੰਸਟਰਕਸ਼ਨ ਬਣਾਉਣ ਤੋਂ ਬਾਅਦ, ਇਹ ਡਾਇਗਰਾਮ ਬਣਾਉਣ ਤੋਂ ਬਾਅਦ, ਲਿਖਣ ਤੋਂ ਬਾਅਦ ਤੁਸੀਂ ਅੱਗੇ ਕੀ ਕਰੋਗੇ? ਇਹਦੇ ਵਿੱਚ ਫਿਰ ਆਪਾਂ ਅੱਗੇ ਇਕੁਏਸ਼ਨ ਕਰਦੇ ਹਾਂ ਪਹਿਲਾਂ ਦੀ ਤਰ੍ਹਾਂ। ਫਸਟ ਇਕੁਏਸ਼ਨ ਆ ਗਈ ਐਟ ਅਨੋਡ, ਕੀ ਹੋਏਗਾ ਜੀ? ਅਨੋਡ ਦੀ ਰਿਐਕਸ਼ਨ ਲਿਖਣੀ ਆਪਾਂ। ਐਟ ਅਨੋਡ ਜਿਹੜਾ ਹੈਗਾ ਕੀ ਹੁੰਦਾ? ਲਾਸ ਆਫ ਇਲੈਕਟ੍ਰੋਨ, ਆਕਸੀਡੇਸ਼ਨ ਅਕਰ, ਹੈ ਨਾ। ਤਾਂ ਇੱਥੇ ਜਿਹੜਾ ਆਕਸੀਡੇਸ਼ਨ ਦਾ ਤੁਹਾਨੂੰ ਪਤਾ ਹੋਏਗਾ, +1 'ਚ ਆਪਾਂ ਕੀਤਾ ਸੀ ਕਿ ਕਨਸੈਪਟ ਆਕਸੀਡੇਸ਼ਨ ਦਾ ਇਲੈਕਟ੍ਰੋਨ ਨਾਲ ਵੀ ਹੁੰਦਾ, ਆਕਸੀਜਨ ਨਾਲ ਵੀ। ਲਾਸ ਆਫ ਇਲੈਕਟ੍ਰੋਨ ਇਜ਼ ਨੋਨ ਐਜ਼ ਆਕਸੀਡੇਸ਼ਨ ਐਜ਼ ਵੈਲ ਐਜ਼ ਐਡੀਸ਼ਨ ਆਫ ਆਕਸੀਜਨ ਇਜ਼ ਆਲਸੋ ਨੋਨ ਐਜ਼ ਆਕਸੀਡੇਸ਼ਨ। ਹਾਂਜੀ, ਤਾਂ ਐਟ ਅਨੋਡ ਕੀ ਹੋਏਗਾ? ਜ਼ਿੰਕ ਜਿਹੜਾ ਹੈਗਾ +2OH ਨੈਗੇਟਿਵ ਵਿਲ ਫॉर्म ਜ਼ਿੰਕ ਆਕਸਾਈਡ ਪਲੱਸ ਵਾਟਰ ਪਲੱਸ 2 ਇਲੈਕਟ੍ਰੋਨ ਬਣ ਜਾਂਦੇ ਨੇ। ਠੀਕ ਹੈ ਜੀ, ਇਹ ਕੀ ਹੋ ਗਈ? ਜ਼ਿੰਕ ਦੀ ਆਕਸੀਡੇਸ਼ਨ ਹੋ ਗਈ, ਗੇਨ ਆਫ ਆਕਸੀਜਨ, ਐਡੀਸ਼ਨ ਆਫ ਆਕਸੀਜਨ। ਤਾਂ ਐਟ ਕੈਥੋਡ ਦੂਸਰੀ ਇਕੁਏਸ਼ਨ ਆਪਾਂ ਤੁਸੀਂ ਕੀ ਲਿਖੋਗੇ? ਐਟ ਕੈਥੋਡ ਕੀ ਹੋ ਗਈ? ਰਿਡਕਸ਼ਨ। ਉਹਦੇ 'ਚ ਕੀ ਹੋਊਗਾ? ਮਰਕਰੀ ਆਕਸਾਈਡ ਜਿਹੜਾ ਹੈਗਾ ਇਹ ਉਸ ਤੋਂ ਵੀ ਜ਼ਿਆਦਾ ਆਸਾਨ ਹੈ। ਇਹਦੇ 'ਚ ਐਡੀਸ਼ਨ 2OH ਨੈਗੇਟਿਵ ਹੋਇਆ, ਰਿਲੀਜ਼ ਵਾਟਰ ਦੇ 2 ਇਲੈਕਟ੍ਰੋਨ ਹੈ। ਇਹਦੇ ਵਿੱਚ ਕੈਥੋਡ ਦੇ ਵਿੱਚ ਜਿਹੜਾ ਇੱਥੇ ਰਿਲੀਜ਼ ਹੋਇਆ ਉਹ ਐਡ ਹੋ ਜਾਊਗਾ, ਜਿਹੜਾ ਇੱਥੇ ਐਡ ਹੋਇਆ ਸੀ ਉੱਥੇ ਰਿਲੀਜ਼ ਹੋ ਜਾਊਗਾ। HgO ਦੇ ਵਿੱਚ ਕੀ ਪਾ ਦਾਂਗੇ ਆਪਾਂ? 2 ਵਾਟਰ ਪਲੱਸ 2 ਇਲੈਕਟ੍ਰੋਨ ਜਦੋਂ ਐਡ ਕਰਦੇ ਹਾਂ, ਇਹ ਜਸਟ ਕੀ ਬਣ ਜਾਂਦਾ? ਮਰਕਰੀ ਰਹਿ ਜਾਂਦਾ ਪਲੱਸ 2OH ਨੈਗੇਟਿਵ ਬਣ ਜਾਂਦਾ ਜੀ। ਤਾਂ ਓਵਰਆਲ ਜਿਹੜੀ ਰਿਐਕਸ਼ਨ ਜਿਹੜੀ ਬਣਦੀ ਹੈ ਆਪਣੀ ਇਸ ਸੈੱਲ ਦੀ ਕੀ ਬਣਦੀ ਹੈ? ਜ਼ਿੰਕ ਪਲੱਸ HgO ਵਿਲ ਗਿਵ ਕੀ ਬਣ ਜਾਂਦਾ? ਜ਼ਿੰਕ ਆਕਸਾਈਡ ਪਲੱਸ ਮਰਕਰੀ। ਤੁਸੀਂ ਅਬਜ਼ਰਵ ਕਰ ਰਹੇ ਹੋ ਜ਼ਿੰਕ ਦੀ ਆਕਸੀਡੇਸ਼ਨ ਹੋਈ ਹੈ, ਗੇਨ ਆਫ ਆਕਸੀਜਨ, ਤੇ ਮਰਕਰੀ ਦੀ ਰਿਡਕਸ਼ਨ ਹੋਈ ਹੈ, ਲਾਸ ਆਫ ਆਕਸੀਜਨ। ਤਾਂ ਇਹ ਆਪਣਾ ਓਵਰਆਲ ਸੈੱਲ ਆ ਗਿਆ ਕਿਹੜਾ? ਮਰਕਰੀ ਸੈੱਲ ਆ ਗਿਆ ਜੀ। ਹੋਪ ਕਿ ਤੁਹਾਨੂੰ ਇਹ ਪ੍ਰਾਇਮਰੀ ਸੈੱਲ ਸਮਝ ਆ ਗਏ ਹੋਣਗੇ। ਉਸ ਤੋਂ ਬਾਅਦ ਬੜਾ ਇੰਪੋਰਟੈਂਟ ਹੈ ਸੈੱਲ ਦੇ ਵਿੱਚ, ਸੈਕੰਡ ਕੈਟਾਗਰੀ ਦੇ ਵਿੱਚ ਸਟੱਡੀ ਕਰਦਾ ਮੈਂ ਕਿਹੜਾ? ਲਿਖੋ ਜੀ, ਹੈਡਿੰਗ ਬਣਾਓ, ਸੈਕੰਡਰੀ ਸੈੱਲਸ। ਪ੍ਰਾਇਮਰੀ ਆਪਣੇ ਕੰਪਲੀਟ ਹੋ ਗਏ, 2 ਸੀ ਤੁਹਾਡੇ ਸਿਲੇਬਸ। ਸਿਮਿਲਰਲੀ ਸੈਕੰਡਰੀ ਵੀ 2 ਨੇ। ਇਹਨੂੰ ਹੁਣ ਧਿਆਨ ਨਾਲ ਸਮਝੋ। ਪਹਿਲੀ ਗੱਲ ਇਹਨਾਂ ਦੀ ਥਿਊਰੀ ਲਿਖਾਉਣਾ, ਇਹਨਾਂ 'ਚ ਕੀ ਪੋਜ਼ਿਟਿਵ ਪੁਆਇੰਟ ਆ। ਦੇਖੋ ਸੈਕੰਡਰੀ ਸੈੱਲਸ, ਇਹਦੇ ਪੁਆਇੰਟ, ਸਭ ਤੋਂ ਫਸਟ ਪੁਆਇੰਟ ਸੈਕੰਡਰੀ ਸੈੱਲ ਦਾ ਤੁਸੀਂ ਕੀ ਲਿਖੋਗੇ? ਦੇ ਆਰ ਰੀਚਾਰਜੇਬਲ। ਇਹਨਾਂ ਨੂੰ ਆਪਾਂ
ਰਿਵਰਸ ਕਰ ਸਕਦੇ ਹਾਂ ਰਿਐਕਸ਼ਨ ਨੂੰ, ਰੀਚਾਰਜੇਬਲ ਹੁੰਦੇ ਨੇ ਜਿਹੜੇ, ਜਿਵੇਂ ਤੁਸੀਂ ਦੇਖਿਆ ਹੋਏਗਾ ਤੁਹਾਡਾ ਕਾਰ ਦੀ ਬੈਟਰੀ ਹੈ ਨਾ, ਜਿਹੜੀ ਆਪਣੀ ਕਾਰ ਦੀ, ਬਾਈਕ ਦੀ, ਐਕਟਿਵਾ ਦੀ, ਜਾਂ ਈਵਨ ਕਿ ਘਰ ਦੇ ਵਿੱਚ ਜਿਹੜੇ ਇਨਵਰਟਰ ਪਏ ਨੇ, ਇਹ ਜਿਹੜੇ ਸੈੱਲ ਨੇ ਰੀਚਾਰਜੇਬਲ ਨੇ, ਕੀ ਨੇ, ਸੈਕੰਡਰੀ ਸੈੱਲ ਨੇ, ਰੀਚਾਰਜੇਬਲ ਹੁੰਦੇ ਨੇ। ਦੂਸਰਾ ਪੁਆਇੰਟ, ਇਹ ਹਾਈ ਵੋਲਟੇਜ ਦਿੰਦੇ ਨੇ। ਤੀਸਰਾ ਪੁਆਇੰਟ, ਬਟ ਦੇਅਰ ਵੋਲਟੇਜ, ਹਾਈ ਵੋਲਟੇਜ ਦਿੰਦੇ ਨੇ ਬਟ ਬ੍ਰੈਕਟ 'ਚ ਲਿਖ ਲਓ ਵੋਲਟੇਜ ਡਿਕਰੀਜ਼ਸ ਵਿਦ ਟਾਈਮ। ਇਹਨਾਂ ਦੀ ਵੀ ਜਿਹੜੀ ਕੁਛ ਕੁ ਲਾਈਫ ਹੁੰਦੀ ਹੈ, ਪ੍ਰਾਇਮਰੀ ਨਾਲੋਂ ਨੋ ਡਾਊਟ ਜ਼ਿਆਦਾ ਹੁੰਦੀ ਹੈ, ਬਟ ਹੁੰਦੀ ਜ਼ਿਆਦਾ ਇਹ ਵੀ ਨਹੀਂ 15-20 ਸਾਲ ਨੂੰ, 1-2 ਸਾਲ ਹੈ ਨਾ, 3 ਸਾਲ ਵੱਧ ਤੋਂ ਵੱਧ। ਤਾਂ ਇਹਨਾਂ ਦੀ ਵੀ ਵੋਲਟੇਜ ਵਿਦ ਟਾਈਮ ਜਿਹੜੀ ਹੈਗੀ ਹੈ ਡਿਕਰੀਜ਼ ਕਰਦੀ ਹੈ। ਥਰਡ ਇਹਦੇ 'ਚ ਪੁਆਇੰਟ ਬਣਾਉਂਗੇ, ਦੇ ਆਰ ਡਿਫੀਕਲਟ ਟੂ ਹੈਂਡਲ, ਕਿਉਂਕਿ ਹੈਵੀ ਵੇਟ ਹੁੰਦੇ ਨੇ, ਬ੍ਰੈਕਟ 'ਚ ਲਿਖਣਾ ਦੇ ਆਰ ਡਿਫੀਕਲਟ ਟੂ ਹੈਂਡਲ ਬ੍ਰੈਕਟ ਦੇ ਵਿੱਚ, ਬਿਕਾਜ਼ ਦੇ ਆਰ ਹੈਵੀ ਵੇਟ। ਅਤੇ ਨੈਕਸਟ ਇਹਦਾ ਪੁਆਇੰਟ ਬਣਾਉਂਗੇ, ਯੂਜ਼ ਕੇਅਰਫੁਲੀ, ਇਹਨੂੰ ਬਹੁਤ ਕੇਅਰਫੁਲੀ ਆਪਾਂ ਨੂੰ ਯੂਜ਼ ਕਰਨਾ ਪੈਂਦਾ, ਕਿਉਂਕਿ ਇਹਨਾਂ ਦੇ ਵਿੱਚ ਐਸਿਡ ਹੁੰਦਾ, ਐਸਿਡ ਯੂਜ਼ ਕਰਦੇ ਹਾਂ ਤਾਂ ਐਸਿਡ ਜਿਹੜਾ ਹੈਗਾ ਉਹ ਕੇਅਰਫੁਲੀ ਆਪਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਹੈਂਡਲ ਕਰਨਾ ਪੈਂਦਾ, ਹੈਵੀ ਵੇਟ ਹੁੰਦੇ ਨੇ। ਹਾਂਜੀ, ਤਾਂ ਬੇਸਿਕ ਪੁਆਇੰਟ ਇਹਦੇ ਵਿੱਚ ਕੀ ਹੋ ਗਿਆ ਕਿ ਇਹ ਰੀਚਾਰਜੇਬਲ ਹੈ। ਤਾਂ ਸੈਕੰਡਰੀ ਸੈੱਲ ਅੱਗੇ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਸੈਕੰਡਰੀ ਸੈੱਲ ਫਿਰ ਉਹੀ 2 ਬਣਾਓਗੇ ਤੁਸੀਂ, ਤੁਹਾਡੇ ਸਿਲੇਬਸ 'ਚ ਨੇ। ਪਹਿਲੀ ਕਿਹੜੀ ਹੈ, ਲੈਡ ਸਟੋਰੇਜ ਬੈਟਰੀ, ਕਿਹੜੀ, ਲੈਡ ਸਟੋਰੇਜ ਬੈਟਰੀ। ਦੂਸਰੀ ਜਿਹੜੀ ਹੈਗੀ ਫਸਟ ਲੈਡ ਸਟੋਰੇਜ ਨਿਕਲ ਕੈਡਮੀਅਮ ਸੈੱਲ, ਨੈਕਸਟ ਵਨ ਇਜ਼ ਦਾ ਨਿਕਲ ਕੈਡਮੀਅਮ ਸੈੱਲ। 2 ਸੈੱਲ ਨੇ ਆਪਣੇ ਕੋਲੇ। ਪਹਿਲੀ ਆਪਾਂ ਗੱਲ ਕਰਦੇ ਹਾਂ ਲੈਡ ਸਟੋਰੇਜ ਬੈਟਰੀ ਦੀ। ਹੁਣ ਪਹਿਲੀ ਗੱਲ, ਲੈਡ ਸਟੋਰੇਜ ਬੈਟਰੀ ਕਿਹੜੀ ਆ, ਜਿਹੜਾ ਆਪਣਾ ਤੁਸੀਂ ਇਹੀ ਧਿਆਨ 'ਚ ਰੱਖ ਲਓ, ਜੋ ਆਪਣੇ ਘਰ ਦੇ ਵਿੱਚ ਇਨਵਰਟਰ ਦਾ ਬੈਟਰਾ ਹੈ, ਜਾਂ ਤੁਹਾਡੀ ਕਾਰ ਦੀ ਜੋ ਬੈਟਰਾ ਹੈ, ਠੀਕ ਹੈ, ਇਨਵਰਟਰ ਦਾ ਬੈਟਰਾ ਲਾ ਲਓ, ਕਾਰ ਦਾ ਬੈਟਰਾ ਲਾ ਲਓ, ਇਹ ਲੈਡ ਸਟੋਰੇਜ ਬੈਟਰੀ ਹੈ। ਇਹਦੀ ਪਹਿਲਾਂ ਕੰਸਟਰਕਸ਼ਨ ਦੱਸਦਾ ਮੈਂ, ਬੜਾ ਇੰਪੋਰਟੈਂਟ ਹੈ, ਧਿਆਨ ਨਾਲ ਸਮਝਿਓ। ਕੰਟੇਨਰ ਹੁੰਦਾ ਜੀ ਇੱਕ, ਕੰਟੇਨਰ ਦੇ ਵਿੱਚ ਸਲਫਿਊਰਿਕ ਐਸਿਡ, ਐਕੁਅਸ ਸਲਫਿਊਰਿਕ ਐਸਿਡ, ਮਤਲਬ ਸਲਫਿਊਰਿਕ ਐਸਿਡ ਪਲੱਸ ਵਾਟਰ ਫਿਲ ਹੁੰਦਾ। ਇਹਦੇ 'ਚ ਰੋਡ ਹੁੰਦੀਆਂ ਨੇ ਈਵਨ ਨੰਬਰ ਦੇ ਵਿੱਚ, ਕਿਹਦੇ ਵਿੱਚ, ਈਵਨ ਨੰਬਰ ਦੇ ਵਿੱਚ। ਕਹਿਣ ਦਾ ਭਾਵ 3 ਉਹ ਅਤੇ 3 ਉਹ, 3 ਜਿਹੜੀਆਂ ਹੈਗੀਆਂ ਨੇ ਆਪਸ 'ਚ ਕਨੈਕਟਡ ਕਰ ਦੇਣਾ, 3 ਆਪਸ 'ਚ। ਮੈਂ 6 ਲੈ ਕੇ ਚੱਲਦਾ, ਇਹ 8 ਵੀ ਹੋ ਸਕਦੀਆਂ, 10 ਵੀ, ਉਹ ਡਿਪੈਂਡ ਕਰਦਾ ਤੁਸੀਂ ਕਿੰਨਾ ਵੱਡਾ ਜਿਹੜਾ ਹੈਗਾ ਬੈਟਰੀ ਦੀ ਕੰਸਟਰਕਸ਼ਨ ਕਰ ਰਹੇ ਹੋ। ਜਨਰਲੀ ਇਹ 6 ਵਾਲਾ ਜਾਂ 8 ਵਾਲਾ ਤੁਹਾਨੂੰ, ਜਾਂ 2-4 ਵਾਲਾ ਦਿਖਾਈ ਦੇਊਗਾ। ਤਾਂ ਹੁਣ ਇਹਦੇ 'ਚ ਰੋਡਸ ਕਿੰਨੀਆਂ ਹੋ ਗਈਆਂ ਜੀ, 3 ਇਹ ਹੋ ਗਈਆਂ। 3 ਆ ਜਿਹੜੀਆਂ ਰੋਡਸ ਨੇ, ਇਹ ਲੈਫਟ ਵਾਲੀਆਂ ਨੂੰ ਮੈਂ ਲੈਡ ਦੀਆਂ ਪਲੇਟਸ ਕਹਿ ਦਿੰਦਾ। ਕਿੰਨਾਂ ਦੀਆਂ ਨੇ, ਲੈਡ ਦੀਆਂ ਪਲੇਟਸ ਨੇ। ਐਕਟ ਐਜ਼ ਐਨ ਅਨੂਡ ਬਿਹੇਵ ਕਰਨਗੀਆਂ। ਹੁਣ ਹੋਪ ਕਿ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਅਨੂਡ 'ਤੇ ਕੀ ਹੋ, ਆਕਸੀਡੇਸ਼ਨ ਹੋਊਗੀ, ਲਾਸ ਆਫ ਇਲੈਕਟ੍ਰੋਨ ਹੋਣਗੇ। ਦੂਸਰੀਆਂ ਜਿਹੜੀਆਂ ਰੋਡਸ ਨੇ ਗੀਆਂ, ਇਹ ਲੈਡ ਆਕਸਾਈਡ ਦੀਆਂ ਹੁੰਦੀਆਂ ਨੇ ਜੀ। ਇਹ ਐਕਟ ਐਜ਼ ਐਨ ਕੈਥੋਡ, ਕੀ ਹੋਊਗਾ, ਰਿਡਕਸ਼ਨ ਹੋਊਗੀ, ਗੇਨ ਆਫ ਇਲੈਕਟ੍ਰੋਨ। ਡਿਪ ਕਿਹਦੇ ਵਿੱਚ ਨੇ ਸਾਰੀਆਂ, ਸਲਫਿਊਰਿਕ ਐਸਿਡ ਦੇ ਵਿੱਚ। ਹੁਣ ਜੀ ਇਹਨਾਂ ਦੀ ਰਿਐਕਸ਼ਨ ਕਰਦੇ ਹਾਂ ਆਪਾਂ। ਪਹਿਲਾਂ ਇਹਦੀ ਕੰਸਟਰਕਸ਼ਨ, ਕੰਟੇਨਰ ਇਜ਼ filled with aqueous sulfuric acid and 3 rods of lead which are connected to each other, 3 rods of equal number rods of lead oxide, all are dipped in aqueous solution of sulfuric acid. Lead behave as an anode, oxidation occur, lead oxide behave as an cathode, reduction occur। ਤਾਂ ਇਹ ਲਿਖਣ ਤੋਂ ਬਾਅਦ ਆਪਾਂ ਇਹਨਾਂ ਦੀਆਂ ਰਿਐਕਸ਼ਨ ਕਰਦੇ ਹਾਂ। ਫਸਟ ਵਨ ਐਟ ਅਨੂਡ ਦੇ ਉੱਤੇ ਆਪਾਂ ਕੀ ਹੋਏਗਾ, ਅਨੂਡ ਦੇ ਉੱਪਰ ਕੀ ਹੋਏਗਾ, ਆਪਾਂ ਨੂੰ ਪਤਾ ਹੈ ਕੀ ਹੈ, ਲੈਡ ਹੈ। ਲੈਡ ਕਿਸ 'ਚ ਕਨਵਰਟ ਹੋ ਗਿਆ, ਲੈਡ 2 ਪੋਜ਼ੀਟਿਵ ਪਲੱਸ 2 ਇਲੈਕਟ੍ਰੋਨ ਦੇ ਵਿੱਚ ਕਨਵਰਟ ਹੋ ਗਿਆ। ਲੈਡ 2 ਪੋਜ਼ੀਟਿਵ ਪਲੱਸ 2 ਇਲੈਕਟ੍ਰੋਨ। ਨੈਕਸਟ ਸਟੈਪ ਦੇ ਵਿੱਚ ਕੀ ਹੁੰਦਾ, ਇਹ ਲੈਡ ਜਿਹੜਾ 2 ਪੋਜ਼ੀਟਿਵ ਹੈ, ਇਹ ਸਲਫਿਊਰਿਕ ਐਸਿਡ ਦੀ SO4 2 ਨੈਗੇਟਿਵ, ਕਿਉਂਕਿ ਸਲਫਿਊਰਿਕ ਐਸਿਡ ਸਪਲਿਟ ਹੋਊਗਾ ਕਿਹਦੇ ਵਿੱਚ, H ਪੋਜ਼ੀਟਿਵ ਅਤੇ SO4 2 ਨੈਗੇਟਿਵ ਦੇ ਵਿੱਚ। ਇਹ ਲੈਡ ਜਿਹੜਾ ਹੈਗਾ SO4 2 ਨੈਗੇਟਿਵ ਦੇ ਨਾਲ ਕੰਬਾਈਨ ਕਰਕੇ ਕੀ ਬਣਾ ਦਿੰਦਾ, ਲੈਡ ਸਲਫੇਟ ਬਣਾ ਦਿੰਦਾ ਹੈ। ਕੀ ਬਣਾ ਦਿੰਦਾ ਜੀ, ਲੈਡ ਸਲਫੇਟ। ਇਹ ਕੀ ਹੈ, ਅਨੂਡ ਦੀ ਰਿਐਕਸ਼ਨ ਹੈ। ਹੁਣ ਮੈਂ ਰਿਐਕਸ਼ਨ ਕਰਦਾ ਕਿਹਦੀ, ਕੈਥੋਡ ਦੀ ਰਿਐਕਸ਼ਨ। ਸੈਕੰਡ ਵਨ ਕੀ ਹੈ, ਐਟ ਕੈਥੋਡ। ਕੈਥੋਡ ਦੇ ਉੱਪਰ ਕੀ ਹੁੰਦਾ ਹੈ, ਆਪਾਂ ਨੂੰ ਪਤਾ ਲੈਡ ਆਕਸਾਈਡ ਹੈ। ਲੈਡ ਆਕਸਾਈਡ ਜਿਹੜਾ ਹੈਗਾ ਉਹ H ਪੋਜ਼ੀਟਿਵ ਪਲੱਸ ਵਾਟਰ ਦੇ ਨਾਲ ਕੰਬਾਈਨ ਕਰਕੇ ਕੀ ਬਣਾ ਦਿੰਦਾ, ਲੈਡ ਬਣਾ ਦਿੰਦਾ। ਲੈਡ ਜਿਹੜਾ ਹੈਗਾ
ਸੌਰੀ ਲੈਡ 2 ਪੋਜ਼ਿਟਿਵ ਬਣਾ ਦਿੰਦਾ ਪਲੱਸ 2 ਇਲੈਕਟ੍ਰੋਨ, ਠੀਕ ਹੈ ਜੀ। ਲੈਡ 2 ਪੋਜ਼ਿਟਿਵ ਫਰਦਰ ਜਿਹੜਾ ਲੈਡ 2 ਪੋਜ਼ਿਟਿਵ ਹੈ ਉਹ ਫਰਦਰ ਜਿਹੜਾ ਹੈਗਾ ਫਿਰ SO4 2 ਨੈਗੇਟਿਵ ਦੇ ਨਾਲ ਕੰਬਾਈਨ ਕਰਕੇ ਲੈਡ ਸਲਫੇਟ ਬਣਾ ਦਿੰਦਾ ਹੈ। ਕਹਿਣ ਦਾ ਭਾਵ ਚਾਹੇ ਅਨੋਡ ਹੈ ਚਾਹੇ ਕੈਥੋਡ ਹੈ, ਦੋਨਾਂ ਦੇ ਵਿੱਚ ਸਲਫਿਊਰਿਕ ਐਸਿਡ ਦਾ SO4 ਨਾਲ ਕੰਬਾਈਨ ਕਰਕੇ ਲੈਡ ਸਲਫੇਟ ਬਣ ਰਿਹਾ ਜੀ, ਦੋਨਾਂ ਦੇ ਵਿੱਚ। ਤਾਂ ਇਹ ਹੌਲੀ ਹੌਲੀ ਰਿਐਕਸ਼ਨ ਚਲਦੀ ਆਪਣਾ ਸਾਰਾ ਸਲਫਿਊਰਿਕ ਐਸਿਡ ਖਤਮ ਹੋ ਜਾਂਦਾ। ਓਵਰਆਲ ਰਿਐਕਸ਼ਨ ਦੀ ਆਪਾਂ ਗੱਲ ਕਰਦੇ ਹਾਂ। ਓਵਰਆਲ ਰਿਐਕਸ਼ਨ 'ਚ ਕੀ ਹੁੰਦਾ, ਲੈਡ ਹੋ ਗਿਆ, ਲੈਡ ਆਕਸਾਈਡ ਹੋ ਗਿਆ, ਕੰਬਾਈਨ ਵਿਦ ਸਲਫਿਊਰਿਕ ਐਸਿਡ ਹੋ ਗਿਆ, ਕੀ ਬਣਾ ਦਿੰਦਾ, ਲੈਡ ਸਲਫੇਟ ਪਲੱਸ ਵਾਟਰ ਬਣਾ ਦਿੰਦਾ ਜੀ। ਹਾਂ ਜੀ, ਕਲੀਅਰ ਹੈ ਜੀ। ਹਾਂਜੀ, ਤਾਂ ਹੁਣ ਇਹ ਰੀਚਾਰਜ ਹੌਲੀ ਹੌਲੀ ਚਾਰਜਿੰਗ ਖਤਮ ਹੋ ਗਿਆ। ਆਪਾਂ ਕਹਿ ਦਿੰਦੇ ਹਾਂ, ਸੁਣਿਆ ਹੋਏਗਾ ਕਿ ਹਾਂਜੀ ਇਹਦੇ ਵਿੱਚ ਇਹਦਾ ਤੇਜ਼ਾਬ ਖਤਮ ਹੋ ਗਿਆ, ਸਿੰਪਲ ਭਾਸ਼ਾ ਦੇ ਵਿੱਚ ਵੀ ਐਸਿਡ ਡੈਮੇਜ ਹੋ ਗਿਆ, ਜਾਂ ਇਹਦਾ ਵਾਟਰ ਐਕਸਚੇਂਜ ਕਰਨ ਵਾਲਾ ਤੁਸੀਂ ਸੁਣਿਆ ਹੋਊਗਾ ਆਮ ਘਰਾਂ ਦੇ ਵਿੱਚ। ਤਾਂ ਇਹਦੇ 'ਚ ਹੁਣ ਆਪਾਂ ਇਹਨੂੰ ਰੀਚਾਰਜ ਕਿਵੇਂ ਕਰਦੇ ਹਾਂ? ਤਾਂ ਰੀਚਾਰਜ ਕਰਦੇ ਹਾਂ ਟਰਮੀਨਲ ਨੂੰ ਆਪੋਜ਼ਿਟ ਕਨੈਕਟ ਕਰਕੇ। ਕੀ ਹੋ ਜਾਂਦਾ, ਲੈਡ ਜਿਹੜਾ ਸਲਫੇਟ ਹੈ, ਠੀਕ ਹੈ, ਇਹਦੇ ਵਿੱਚ ਕੀ ਪਾਉਂਦੇ ਨੇ, ਵਾਟਰ ਪਾਉਂਦੇ ਨੇ, ਸਲਫਿਊਰਿਕ ਐਸਿਡ ਪਾਉਂਦੇ ਨੇ। ਵਾਟਰ ਪਾਉਂਦੇ ਨੇ ਐਸਿਡਿਕ ਮੀਡੀਅਮ ਦੇ ਵਿੱਚ। ਜਦੋਂ ਵਾਟਰ ਪਾਉਂਦੇ ਨੇ, ਵਾਟਰ ਕਿਹੜਾ ਯੂਜ਼ ਹੁੰਦਾ, ਇਹ ਜਿਹੜਾ ਹੈਗਾ ਡਿਸਟਿਲਡ ਵਾਟਰ ਯੂਜ਼ ਹੁੰਦਾ ਹੈ ਨਾ। ਵਾਟਰ ਯੂਜ਼ ਕਰਕੇ ਤਾਂ ਆਪਣੇ ਕੋਲੇ ਕੀ ਬਣ ਜਾਂਦਾ, ਵਾਪਸ ਲੈਡ ਬਣ ਜਾਂਦਾ, ਲੈਡ ਆਕਸਾਈਡ ਬਣ ਜਾਂਦਾ ਪਲੱਸ ਸਲਫਿਊਰਿਕ ਐਸਿਡ ਬਣ ਜਾਂਦਾ। ਇਹ ਰਿਵਰਸ ਰੀਚਾਰਜ ਦੀ ਰਿਐਕਸ਼ਨ ਹੈ। ਕਹਿਣ ਦਾ ਭਾਵ ਲੈਡ ਆਕਸਾਈਡ ਤੋਂ ਲੈਡ ਵਾਲੀ ਜਗ੍ਹਾ ਚਲਾ ਜਾਂਦਾ, ਲੈਡ ਆਕਸਾਈਡ ਉਹ ਆਪਣੀ ਰੋਡ 'ਤੇ ਚਲਾ ਜਾਂਦਾ, ਸਲਫਿਊਰਿਕ ਐਸਿਡ ਚਲਾ ਜਾਂਦਾ। ਆਪਣੀ ਰਿਐਕਸ਼ਨ ਜਿਹੜੀ ਹੈਗੀ ਹੈ ਰਿਵਰਸ ਜਾਂ ਰੀਚਾਰਜ ਤੁਸੀਂ ਇਹਨੂੰ ਲਿਖ ਸਕਦੇ ਹੋ। ਤਾਂ ਇਹ ਕੀ ਹੋ ਗਿਆ ਆਪਣਾ ਜੀ, ਲੈਡ ਸਟੋਰੇਜ ਬੈਟਰੀ ਹੋ ਗਈ। ਕੀ ਹੋ ਗਈ ਜੀ, ਲੈਡ ਸਟੋਰੇਜ ਬੈਟਰੀ। ਉਸ ਤੋਂ ਬਾਅਦ ਆਪਣੇ ਕੋਲੇ ਸ਼ੁਰੂ ਹੁੰਦੀ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਨਿਕਲ ਕੈਡਮੀਅਮ ਬੈਟਰੀ। ਨਿਕਲ ਕੈਡਮੀਅਮ ਵੀ ਇਸੇ ਢੰਗ ਨਾਲ ਹੀ ਅੱਗੇ ਚੱਲੂਗੀ। ਇਹਨੂੰ ਨਿਕਲ ਕੈਡਮੀਅਮ ਹੋ ਗਈ, ਫਿਊਲ ਸੈੱਲ ਹੋ ਗਿਆ, ਅਤੇ ਆਪਣਾ ਜਿਹੜਾ ਰਸਟਿੰਗ ਆਫ ਆਇਰਨ ਹੈ, ਇਹ ਤਿੰਨੋਂ ਇੱਕੋ ਜਿਹੇ ਟੌਪਿਕ ਨੇ। ਇਹਨਾਂ ਨੂੰ ਨੈਕਸਟ ਲੈਕਚਰ ਦੇ ਵਿੱਚ ਤਿੰਨੋਂ ਬੈਟਰੀਜ਼ ਨੂੰ ਮੈਂ ਐਕਸਪਲੇਨ ਕਰਾਂਗਾ। ਹੋਪ ਕਿ ਇਹਨੂੰ ਤੁਸੀਂ 2 ਵਾਰੀ 3 ਵਾਰੀ ਘੱਟੋ ਘੱਟ ਲਿਖ ਕੇ ਦੇਖੋਗੇ, ਸਾਰੀਆਂ ਰਿਐਕਸ਼ਨਸ ਪ੍ਰੋਪਰ ਸਮਝ ਆ ਜਾਊਗਾ। ਮਿਲਦੇ ਹਾਂ ਨੈਕਸਟ ਟਾਈਮ। ਹੋਪ ਕਿ ਕਲੀਅਰ ਹੈ ਸਾਰਿਆਂ ਨੂੰ। ਆਲ ਦਾ ਬੈਸਟ।